गुड मॉर्निंग स्टूडेंट्स। ਆਪਾਂ ਕੱਲ ਵਾਲਾ ਚੈਪਟਰ ਜੋ ਕਿ ਕੱਲ ਕਲਾਸ से भी ਚੈਪਟਰ ਪੜ੍ਹ ਰਹੇ ਸੀਗੇ ਲਾਲਾ ਲਾਜਪਤ ਰਾਏ ਪਾਠ ਨੰਬਰ 17। ਕੱਲ ਆਪਾਂ ਨੇ ਇਸ ਲੈਸਨ ਦੇ 2 ਪੇਜ ਪੜ੍ਹੇ ਸੀ। ਮੈਂ ਤੁਹਾਨੂੰ ਕਿਹਾ ਸੀਗਾ ਕਿ ਤੁਸੀਂ ਸਭ ਨੇ ਇਹਨਾਂ ਨੂੰ ਧਿਆਨ ਦੇ ਨਾਲ ਪੜ੍ਹ ਕੇ ਆਣਾ ਆ। ਮੈਂ ਅੱਗੋਂ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਕੋਲੋਂ ਕੁਐਸਚਨ ਪੁੱਛੂੰਗੀ। ਬੋਲਿਆ ਸੀ ਬੱਚੇ? चलो मैं कुछ क्वेश्चन पूछ रही हाँ, तुसी मैनू उन्हां दे आंसर देने आ, हैंड रेज करने आ। ओके, सब तो पहला लाला लाजपत राय ने कित्थे वकालत करनी शुरू की सी? हाँ जी, यस, जगराओं दे विच। लाला लाजपत राय नू वकालत दे किन्ने पैसे मिलदे सी? जिहदे विच वो अपना आउण जाण दा खर्च, रहन सहन, किराया भाड़ा सब कुछ पूरा करता सी। हरमन किन्ने मिलते सी? 5 रुपए। लाला लाजपत राय दे नानके किस धर्म नू मनदे सन? यस तनवी, सिख धर्म नू। यस, अगला है क्वेश्चन, लाला लाजपत राय ने वकालत शुरू करन तो पहला की पास कीता सी? हाँ जी, मुख्तियारी। की पास कीता सी? मुख्तियारी। जगराओं तो बाद लाला लाजपत राय वकालत करन लई किथे चले गए सी? गुरजस, हिसार। किथे चले गए सी? हिसार। उस समय लाहौर नू किस चीज दा गढ़ मन्निया जांदा सी? ऑनलाइन स्टूडेंट्स भी हैंड रेज कर सकते हैं। हाँ जी, बोलो। विद्या और रोहन वकालत और एक चीज लिया। बोलो। राजसी चेतनता। हाँ, राजसी चेतनता। उस समय लाहौर नू विद्या, वकालत ते राजसी चेतनता दा गढ़ कहा जांदा सी। लाला जी सब तो बाद किन्ना लोकां दे केस लड़दे सन? हाँ जी, हारियां ते लताड़ियां लोकां दी। गरीब ते मजलूम लोकां दे जिन्हां नूं कदे भी इंसाफ नहीं मिलिया सी। लाला जी दा भाषण सुनन लई किन्ने को लोकां दा इकट्ठ हुंदा सी? जयदेव, ਲੱਖ ਤੋਂ ਵੀ ਵੱਧ ਲੋਕ। हाँ, 1 लाख तो भी ਵੱਧ ਵੱਧ ਲੋਕਾਂ लोकां दा। लाला जी नू लैण वास्ते कौन आया सी? हाँ जी, एक पुलिस ते 4 सिपाही। एक पुलिस कप्तान ते ते 4 सिपाही किस दी गड्डी विच? हाँ जी, कविश, कोई गल नहीं। हाँ जी, डिप्टी कमिश्नर दी गड्डी विच। लाला जी नू किस गल दा शक हो गया सी? यस, हाँ जी, बोलो। कि वो फड़े जाएंगे कि पुलिस उन्हां नू फड़ के गिरफ्तार करन दे बहाने नाल आई आई है। है। लाला जी दी गिरफ्तारी तो बाद लाहौर दे शहरां जां गलियां विच किहो जिहा माहौल सी? हाँ जी, दहशत ते डर दा। किहो जिहा माहौल सी? दहशत ते डर दा। अंग्रेजां ने लोकां तो डरदे होए की कीता सी? प्रिया, हाँ, अपने बंगलियां अगे पहरेदार बिठा दिते सी ते कई ता अंग्रेज मेमा
ਛਾਉਣੀ ਚਲੀਆਂ ਗਈਆਂ ਸਨ। ਲਾਲਾ ਜੀ ਦੇ ਗ੍ਰਿਫਤਾਰ ਕਰਨ ਤੋਂ ਬਾਅਦ ਕੀ ਪ੍ਰਤੀਤ ਹੋ ਰਿਹਾ ਸੀ, ਕੀ ਮਹਿਸੂਸ ਹੋ ਰਿਹਾ ਸੀ? ਯੈਸ, ਚਲੋ ਸક્ષਮ। ਲਾਲਾ ਲਾਜਪਤ ਰਾਏ ਫੜੇ ਗਏ ਹਨ। ਲਾਲਾ ਲਾਜਪਤ ਰਾਏ ਤਾਂ ਫੜੇ ਗਏ ਸੀ। ਹਾਂਜੀ, ਇੰਜ ਲੱਗ ਰਿਹਾ ਸੀ ਜਿਵੇਂ ਸ਼ਹਿਰ ਦਾ ਕੋਈ ਦਿਲ ਕੱਢ ਕੇ ਲੈ ਗਿਆ। ਬਿਲਕੁਲ ਸਹੀ। ਇੰਜ ਲੱਗ ਰਿਹਾ ਸੀ ਕਿ ਜਿਵੇਂ ਸ਼ਹਿਰ ਦਾ ਕੋਈ ਦਿਲ ਕੱਢ ਕੇ ਲੈ ਗਿਆ ਹੋਵੇ। ਸਮਝ ਲੱਗਿਆ ਚੈਪਟਰ? ਇੰਨਾ ਹੀ ਆਪਾਂ ਪੜਿਆ ਸੀ। ਹੁਣ ਚਲੋ ਅੱਗੇ। ਪੈਨਸਿਲ ਸਭ ਦੇ ਹੱਥ ਵਿੱਚ ਹੋਵੇ। ਪੇਜ ਨੰਬਰ 77। ਇੱਕ ਮੇਨ ਕੁਐਸਚਨ ਤਾਂ ਰਹਿ ਗਿਆ, ਇਸ ਜੀਵਨੀ ਦਾ ਲੇਖਕ ਕੌਣ ਆ? ਇਹਦਾ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਨਾ। ਜਾਨਵੀ ਕੌਣ ਹੈਗਾ ਆ? ਵੈਰੀ ਗੁੱਡ। ਹਾਂਜੀ, ਚਲੋ ਇਥੋਂ ਬੰਦ ਡੱਬੇ ਵਿੱਚ ਲਾਲਾ ਜੀ ਤੇ ਸਰਦਾਰ ਅਜੀਤ ਸਿੰਘ ਨੂੰ ਕਲਕੱਤੇ ਭੇਜਿਆ ਗਿਆ। ਬੰਦ ਡੱਬੇ ਵਿੱਚ ਜਿਹੜੀ ਕਿ ਜੀ ਜਾਂ ਗੱਡੀ ਪੂਰੀ ਤਰ੍ਹਾਂ ਬੰਦ ਹੁੰਦੀ ਸੀ। ਫਿਰ ਉੱਥੋਂ ਅੱਗੇ ਮਾਂਡਲੇ ਜੇਲ੍ਹ ਭੇਜਿਆ ਗਿਆ। ਅੰਡਰਲਾਈਨ ਕਰੋ, ਕਿਹੜੀ ਜੇਲ੍ਹ ਵਿੱਚ ਭੇਜਿਆ ਗਿਆ? ਮਾਂਡਲੇ ਜੇਲ੍ਹ ਵਿੱਚ ਲਾਲਾ ਜੀ 6 ਮਹੀਨੇ ਰਹੇ। ਅੰਡਰਲਾਈਨ ਕਰੋ, ਕਿੰਨੇ ਮਹੀਨੇ ਰਹੇ? 6 ਮਹੀਨੇ। ਉੱਥੇ ਉਹ ਸਭਨਾ ਪੰਜਾਬੀਆਂ ਦੇ ਲੀਡਰ ਸਨ। ਬਹੁਤ ਸਾਰੇ ਪੰਜਾਬੀ ਉਹਨਾਂ ਨੂੰ ਮਿਲਣ ਲਈ ਆਉਂਦੇ ਸਨ ਤੇ ਉਹਨਾਂ ਦੇ ਵਿਚਾਰ ਸੁਣਦੇ ਸਨ। ਮਾਂਡਲੇ ਦੀਆਂ ਅਖਬਾਰਾਂ ਵਿੱਚ ਥਾਂ ਥਾਂ ਲਾਲਾ ਜੀ ਦੀ ਚਰਚਾ ਹੋਈ। ਪੰਜਾਬੀਆਂ ਨੇ ਕਈ ਜਗ੍ਹਾ ਉਹਨਾਂ ਦੀ ਰਿਹਾਈ ਲਈ ਮੁਜ਼ਾਹਰੇ ਕੀਤੇ। ਮੁਜ਼ਾਹਰੇ ਕਰਨਾ, ਜਲੂਸ ਕੱਢਣੇ। ਠੀਕ ਹੈ, ਅੱਗੇ ਹੈ 6 ਮਹੀਨੇ ਪਿੱਛੋਂ ਰਿਹਾ ਹੋ ਕੇ ਉਹ ਮੁੜ ਹਿੰਦੁਸਤਾਨ ਆ ਗਏ ਤੇ ਲਾਹੌਰ ਵਿੱਚ ਆ ਕੇ ਫਿਰ ਵਕਾਲਤ ਸ਼ੁਰੂ ਕਰ ਦਿੱਤੀ। ਇਸ ਦੇ ਨਾਲ ਹੀ ਹੁਣ ਉਹ ਸਿਆਸੀ ਜ਼ਿੰਦਗੀ ਵਿੱਚ ਇੰਨੇ ਡੂੰਘੇ ਚਲੇ ਗਏ ਕਿ ਉਹਨਾਂ ਨੇ ਸਮਝ ਲਿਆ ਕਿ ਸਾਡੇ ਸਭਨਾਂ ਦੇ ਰੋਗ ਦਾ ਕਾਰਨ ਸਾਡੇ ਕਮੋਡਿਆਂ ਉੱਤੇ ਪਿਆ ਅੰਗਰੇਜ਼ੀ ਰਾਜ ਦਾ ਝੂਲਾ ਹੈ। ਝੂਲਾ ਭਾਰ। ਕਹਿੰਦੇ ਕਿ ਜਿੰਨੀ ਵੀ ਭਾਰਤ ਦੀ ਜਨਤਾ ਜਿਹੜੀ ਕਿ ਆਪਣੇ ਆਪ ਨੂੰ ਬਿਮਾਰ ਦੱਸਦੀ ਆ, ਬਿਮਾਰ ਕਿੱਦਾਂ? ਗੁਲਾਮ। ਇਹ ਗੁਲਾਮੀ ਕਿੱਦਾਂ ਹੈਗੀ ਆ? ਕਹਿੰਦੇ ਅਸੀਂ ਆਪ ਆਪਣੇ ਮੋਢਿਆਂ ਉੱਪਰ ਚੁੱਕੀ ਹੋਈ ਆ। ਜਦ ਤੱਕ ਅਸੀਂ ਇਸ ਨੂੰ ਮੋਢਿਆਂ ਤੋਂ ਲਾ ਕੇ ਹੇਠਾਂ ਨਹੀਂ ਸੁੱਟ ਦਿੰਦੇ, ਉਦੋਂ ਤੱਕ ਅਸੀਂ ਕਦੇ ਵੀ ਤੰਦਰੁਸਤ ਨਹੀਂ ਹੋ ਸਕਦੇ, ਆਜ਼ਾਦ ਨਹੀਂ ਹੋ ਸਕਦੇ। ਸੋ ਇਹਨਾਂ ਨੇ ਰਿਹਾਈ ਤੋਂ ਬਾਅਦ ਹੁਣ ਜ਼ਿਆਦਾ ਤੋਂ ਜ਼ਿਆਦਾ ਦੇਸ਼ ਦੀ ਆਜ਼ਾਦੀ ਲਈ ਸੰਘਰਸ਼ ਕਰਨਾ ਸ਼ੁਰੂ ਕਰ ਦਿੱਤਾ ਸੀ ਤੇ ਉਹਨਾਂ ਨੂੰ ਪਤਾ ਸੀ, ਕਿਉਂਕਿ ਇੱਕ ਵਾਰ ਦੀ ਗ੍ਰਿਫਤਾਰੀ ਕਰਕੇ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਚਾਹੇ ਉਹ ਜੇਲ੍ਹ ਵਿੱਚ ਨਹੀਂ, ਚਾਹੇ ਉਹ ਜੇਲ੍ਹ ਤੋਂ ਬਾਹਰ ਨਹੀਂ, ਪਰ ਉਹਨਾਂ ਨੂੰ ਸੁਣਨ ਵਾਲੇ, ਉਹਨਾਂ ਨੂੰ ਮੰਨਣ ਵਾਲੇ ਬਹੁਤ ਸਾਰੇ ਲੋਕ ਉਹਨਾਂ ਦੇ ਨਾਲ ਹਨ। ਜੇ ਇਸ ਨੂੰ ਗਲੋਂ ਲਾ ਲਈਏ ਤਾਂ ਸਾਰੇ ਰੋਗ ਖਤਮ ਹੋ ਜਾਣਗੇ। ਜੇ ਅਸੀਂ ਗੁਲਾਮੀ ਨੂੰ ਖਤਮ ਕਰ ਦਈਏ ਤਾਂ ਸਾਰੀਆਂ ਮੁਸ਼ਕਲਾਂ ਹੱਲ ਹੋ ਜਾਣਗੀਆਂ। ਸਭ ਤੋਂ ਪਹਿਲਾਂ ਅਸੀਂ ਇਸ ਗੁਲਾਮੀ ਦੇ ਕੋਹੜ ਦਾ ਇਲਾਜ ਕਰਨਾ ਹੈ। ਕੋਹੜ ਕੀ ਹੁੰਦਾ ਪਤਾ ਕਿਸੇ ਨੂੰ? ਇੱਕ ਲਾਇਲਾਜ ਬਿਮਾਰੀ। ਇੱਕ ਲਾਇਲਾਜ ਬਿਮਾਰੀ ਜਿਹਦਾ ਕੋਈ ਵੀ ਇਲਾਜ ਨਹੀਂ। ਸਾਰੇ ਕੰਮ ਛੱਡ ਕੇ ਉਹ ਅੰਗਰੇਜ਼ੀ ਰਾਜ ਦੇ ਵਿਰੁੱਧ ਜੰਗ ਲੜਨ ਵਾਲੇ ਦਸਤਿਆਂ ਨਾਲ ਮਿਲ ਗਏ। ਦਸਤੇ ਪਾਰਟੀਆਂ ਨਾਲ ਮਿਲ ਗਏ। ਵਕਾਲਤ ਤੋਂ ਜਿੰਨੀ ਆਮਦਨ ਆਉਂਦੀ ਉਹ ਉਸ ਵਿੱਚੋਂ ਥੋੜੀ ਜਿੰਨੀ ਆਪਣੇ ਖਰਚ ਜੋਗੀ ਰੱਖ ਕੇ ਬਾਕੀ ਸਾਰੀ ਦੀ ਸਾਰੀ ਕਾਂਗਰਸ ਨੂੰ ਦੇ ਦਿੰਦੇ, ਕਿਉਂਕਿ ਉਸ ਸਮੇਂ ਉਹਨਾਂ ਨੇ ਕਾਂਗਰਸ ਪਾਰਟੀ ਦੇ ਅਧਿਅਕਸ਼ ਬਣੇ ਹੋਏ ਸੀ, ਮੈਂਬਰ ਬਣੇ ਹੋਏ ਸੀ। ਇੱਕ ਵਾਰ ਜਦੋਂ ਕਾਂਗਰਸ ਪਾਰਟੀ ਨੂੰ ਚੰਦੇ ਦੀ ਲੋੜ ਪਈ, ਉਹਨਾਂ ਨੇ ਆਪਣੇ ਬੈਂਕ ਵਿੱਚੋਂ ਆਪਣਾ ਹਿਸਾਬ ਵੇਖਿਆ
5000 ਤੋਂ ਉੱਪਰ ਕੋਈ 6-7 ਆਨੇ ਸਨ। ਉਹਨਾਂ ਨੇ 5000 ਦਾਨ ਕਰ ਦਿੱਤੇ ਤੇ ਬਾਕੀ 6-7 ਆਨੇ ਹੀ ਆਪਣੇ ਲਈ ਰੱਖ ਲਏ। ਇਹ ਸੀਗੀ ਉਹਨਾਂ ਦੀ ਦੇਸ਼ ਲਈ ਪਿਆਰ ਦੀ ਭਾਵਨਾ, ਦੇਸ਼ ਲਈ ਸਭ ਕੁਝ ਕੁਰਬਾਨ ਕਰਨ ਦੀ ਭਾਵਨਾ। ਉਹਨਾਂ ਨੇ ਜਿੰਨੀ ਵੀ ਪੂੰਜੀ ਜਮ੍ਹਾਂ ਕੀਤੀ ਸੀ ਉਹਦੇ ਵਿੱਚੋਂ ਆਪਣੇ ਲਈ ਕਿੰਨੇ ਰੱਖੇ? ਸਿਰਫ 6-7 ਆਨੇ। हाँ 6-7 आने। और कांग्रेस पार्टी ਨੂੰ ਕਿੰਨੇ ਦਾਨ ਕਰ ਦਿੱਤੇ? 5000। ਵੈਰੀ ਗੁੱਡ, ਅੰਡਰਲਾਈਨ ਕਰ ਲਓ। ਇਸ ਕਿਸਮ ਦਾ ਖੁੱਲਾ ਦਾਨ ਕਰਨ ਵਾਲਾ ਤੇ ਮੁਲਕ ਦੀ ਆਜ਼ਾਦੀ ਖਾਤਰ ਸਿਰ ਧੜ ਦੀ ਬਾਜੀ ਲਾਉਣ ਵਾਲਾ ਪੰਜਾਬ ਵਿੱਚ ਹੋਰ ਕੋਈ ਨਹੀਂ, ਹੋਰ ਕੋਈ ਵਿਰਲਾ ਹੀ ਸੀ। ਇਸੇ ਲਈ ਉਹਨਾਂ ਨੂੰ ਕੀ ਕਿਹਾ ਜਾਂਦਾ ਸੀ? ਪੰਜਾਬ ਕੇਸਰੀ। ਹਾਂ, ਸਿਰ ਧੜ ਦੀ ਬਾਜੀ ਲਾਉਣਾ। ਇਹ ਕੀ ਹੈ? ਇੱਕ ਮੁਹਾਵਰਾ। ਕੀ ਅਰਥ ਹੈ ਇਹਦਾ? ਜਾਨ ਦੀ ਪਰਵਾਹ। ਠੀਕ ਹੈ, अर्थ लिख लो मुहावरे दा। जान दी परवाह ना करनी। लाला जी 1913-14 ਵਿੱਚ ਅਮਰੀਕਾ ਚਲੇ ਗਏ ਤੇ ਉੱਥੇ ਜਾ ਕੇ ਉਹਨਾਂ ਨੇ ਜਗ੍ਹਾ ਜਗ੍ਹਾ ਭਾਸ਼ਣ ਦਿੱਤੇ। ਹਜ਼ਾਰਾਂ ਲੱਖਾਂ ਲੋਕ ਲਾਲਾ ਜੀ ਦਾ ਭਾਸ਼ਣ ਸੁਣਨ ਆਂਦੇ। ਉਹਨਾਂ ਨੇ ਹਿੰਦੁਸਤਾਨ ਦੇ ਦ੍ਰਿਸ਼ਟੀਕੋਣ ਨੂੰ ਇੱਕ ਵਕੀਲ ਵਾਂਗ ਦੁਨੀਆ ਦੀ ਲੋਕ ਇਨਸਾਫ ਦੀ ਕਚਹਿਰੀ ਵਿੱਚ ਪੇਸ਼ ਕੀਤਾ। ਕਹਿੰਦੇ ਉਹ 1913-14 ਵਿੱਚ ਅਮਰੀਕਾ ਗਏ। ਉੱਥੇ ਉਹਨਾਂ ਨੇ ਬਹੁਤ ਸਾਰੇ ਇਕੱਠ ਕੀਤੇ ਤੇ ਉਹਨਾਂ ਇਕੱਠਾਂ ਦੇ ਵਿੱਚ ਭਾਸ਼ਣ ਦਿੱਤੇ। ਲੋਕ ਉਹਨਾਂ ਦੇ ਭਾਸ਼ਣ ਸੁਣਨ ਵੀ ਆਉਂਦੇ ਤੇ ਉਹਨਾਂ ਤੋਂ ਪ੍ਰਭਾਵਿਤ ਵੀ ਹੁੰਦੇ। ਕਹਿੰਦੇ ਉੱਥੇ ਜਿਹੜੀ ਲੋਕ ਅਦਾਲਤ ਸੀ, ਲੋਕ ਅਦਾਲਤ ਕਿਹੜੀ ਹੁੰਦੀ ਆ? ਲੋਕਾਂ ਦੀ ਅਦਾਲਤ। ਮਤਲਬ ਹਰ ਇਕੱਠ ਦੇ ਵਿੱਚ ਇਕੱਠੇ ਹੋਏ ਲੋਕਾਂ ਸਾਹਮਣੇ ਕਿਹੜੀ ਗੱਲ ਰੱਖੀ ਸੀ? ਕਿਹੜੀ ਗੱਲ ਰੱਖੀ ਸੀ? ਹਿੰਦੁਸਤਾਨ ਦੀ ਆਜ਼ਾਦੀ ਦੀ। ਕਿਹੜੀ ਗੱਲ ਰੱਖੀ ਸੀ? ਹਿੰਦੁਸਤਾਨ ਦੀ ਆਜ਼ਾਦੀ ਦੀ। ਉਹਨਾਂ ਦੀ ਜ਼ੁਬਾਨ ਤੇ ਬੋਲਣ ਦੇ ਢੰਗ ਵਿੱਚ ਰਸ ਤੇ ਖਿੱਚ ਸੀ। ਕਹਿੰਦੇ ਉਹਨਾਂ ਦੇ ਬੋਲਣ ਦਾ ਜੋ ਅੰਦਾਜ਼ ਸੀ, ਉਹਨਾਂ ਦੀ ਜੋ ਬੋਲੀ ਸੀ, ਉਹਦੇ ਵਿੱਚ ਇੰਨੀ ਮਿਠਾਸ ਤੇ ਖਿੱਚ ਸੀ ਕਿ ਹਰ ਕੋਈ ਉਹਨਾਂ ਦਾ ਭਾਸ਼ਣ ਸੁਣਨ ਲਈ ਕੀਲਿਆ ਹੀ ਆਉਂਦਾ ਸੀ। ਪੱਛਮ ਦੇ ਲੋਕਾਂ ਨੂੰ ਇੱਕ ਨਵਾਂ ਦ੍ਰਿਸ਼ਟੀਕੋਣ ਇੱਕ ਹਿੰਦੁਸਤਾਨੀ ਦੇ ਮੂੰਹੋਂ ਸੁਣਨ ਦਾ ਮੌਕਾ ਮਿਲਿਆ। ਪੱਛਮ ਦੇ ਲੋਕ, ਅਮਰੀਕਾ ਦੇ ਲੋਕਾਂ ਨੂੰ ਪਹਿਲੀ ਵਾਰ ਕਿਸੇ ਹਿੰਦੁਸਤਾਨੀ ਦੇ ਮੂੰਹੋਂ ਆਪਣੇ ਦੇਸ਼ ਨੂੰ ਆਜ਼ਾਦ ਕਰਾਉਣ ਦੀ ਗੱਲ ਸੁਣਨ ਦਾ ਮੌਕਾ ਮਿਲਿਆ ਸੀ। ਉਹਨਾਂ ਦੀਆਂ ਅੱਖਾਂ ਖੁੱਲ ਗਈਆਂ। ਉਹਨਾਂ ਨੇ ਸਮਝ ਲਿਆ ਕਿ ਹਿੰਦੁਸਤਾਨੀ ਆਪਣੇ ਹੱਕਾਂ ਦੀ ਮੰਗ ਕਰਨ ਵਾਲੇ, ਇਨਸਾਫ ਲਈ ਲੜਨ ਵਾਲੇ ਤੇ ਕੁਰਬਾਨੀ ਦੇਣ ਵਾਲੇ ਸਮਝਦਾਰ ਲੋਕ ਹਨ। ਅੰਡਰਲਾਈਨ ਕਰੋ। ਉਹਨਾਂ ਦੀ ਸੋਚ ਅਨੁਸਾਰ ਹਿੰਦੁਸਤਾਨੀ ਕਿਹੋ ਜਿਹੇ ਲੋਕ ਸਨ? ਆਪਣੇ ਹੱਕਾਂ ਦੀ ਰੱਖਿਆ ਕਰਨ ਵਾਲੇ, ਆਜ਼ਾਦੀ ਦੀ ਲੜਾਈ ਲਈ ਸੰਘਰਸ਼ ਕਰਨ ਵਾਲੇ, ਮਰ ਮਿਟਣ ਵਾਲੇ। ਲਾਲਾ ਜੀ ਨੇ ਇੱਥੋਂ ਆਪਣੇ ਵਿਚਾਰਾਂ ਨੂੰ ਲੋਕਾਂ ਵਿੱਚ ਫੈਲਾਉਣ ਲਈ ਅੰਗਰੇਜ਼ੀ ਵਿੱਚ ਇੱਕ ਅਖਬਾਰ ਯੰਗ ਇੰਡੀਆ ਛਾਪਣੀ ਆਰੰਭ ਕੀਤੀ। ਅੰਡਰਲਾਈਨ। ਅਮਰੀਕਾ ਦੇ ਵੀ ਜਾ ਕੇ ਕਿਹੜੀ ਅਖਬਾਰ ਛਾਪੀ ਸੀ? ਯੰਗ ਇੰਡੀਆ। ਲਾਲਾ ਜੀ ਆਖਿਆ ਕਰਦੇ ਸਨ, ਮੈਂ ਹਿੰਦੁਸਤਾਨ ਦੀ ਆਜ਼ਾਦੀ ਦੀ ਜੰਗ ਜਾਰੀ ਰੱਖਣ ਖਾਤਰ ਭੀਖ ਤੱਕ ਮੰਗਾਂਗਾ, ਉਤਾਰ ਚੁੱਕਾਂਗਾ ਤੇ ਜੇ ਵਕਤ ਪਿਆ ਤਾਂ ਚੋਰੀ ਵੀ ਕਰਾਂਗਾ, ਪਰ ਮੁਲਕ ਦੀ ਆਜ਼ਾਦੀ ਦੀ ਲੜਾਈ ਨੂੰ ਪਿੱਛੇ ਨਹੀਂ ਪੈਣ ਦਿਆਂਗਾ। ਦੇਖੋ ਕਿੰਨੀ ਵਧੀਆ ਉਹਨਾਂ ਦੀ ਸੋਚ ਸੀ ਕਿ ਆਪਣੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਹਰ ਚੰਗਾ ਮਾੜਾ ਕੰਮ ਕਰੂੰਗਾ, ਹਰ ਜਾਇਜ਼ ਨਾਜਾਇਜ਼ ਕੰਮ ਕਰੂੰਗਾ। ਲਾਲਾ ਜੀ ਦਾ ਇਹ ਫਿਕਰਾ ਥਾਂ ਥਾਂ ਦੁਹਰਾਇਆ ਜਾਂਦਾ ਸੀ। ਕਹਿੰਦੇ ਉਹਨਾਂ ਦਾ ਇਹ ਉਚਾਰਿਆ ਹੋਇਆ ਵਾਕ ਹਰ ਥਾਂ ਤੇ ਉਚਾਰਿਆ ਜਾਂਦਾ ਸੀ। ਕਦੋਂ? ਜਦੋਂ ਲੋਕਾਂ ਨੂੰ ਮੋਟੀਵੇਟ ਕਰਨਾ ਹੁੰਦਾ ਸੀ, ਜਦੋਂ ਲੋਕਾਂ ਨੂੰ ਜਾਗਰੂਕ ਕਰਨਾ ਹੁੰਦਾ ਸੀ। ਫਿਕਰਾ, ਵਾਕ।
ਜਦੋਂ 1919 ਵਿੱਚ ਲਾਲਾ ਜੀ ਅਮਰੀਕਾ ਤੋਂ ਹਿੰਦੁਸਤਾਨ ਆਏ ਤਾਂ ਪਹਿਲੀ ਵੱਡੀ ਜੰਗ ਖਤਮ ਹੋ ਚੁੱਕੀ ਸੀ। ਜੰਗ ਪਿੱਛੋਂ ਗੁਲਾਮ ਮੁਲਕਾਂ ਨੂੰ ਆਜ਼ਾਦੀ ਮਿਲ ਗਈ, ਪਰ ਸਾਡੇ ਮੁਲਕ ਦੀ ਆਜ਼ਾਦੀ ਦਾ ਕੰਡਾ ਉਵੇਂ ਹੀ ਅੜਿਆ ਰਿਹਾ। ਕਈ ਸਾਰੇ ਲੋਕਾਂ ਨੇ ਆਜ਼ਾਦੀ ਲਈ ਸੰਘਰਸ਼ ਕਰਨਾ ਸ਼ੁਰੂ ਕਰ ਦਿੱਤਾ ਸੀ। ਪਹਿਲੀ ਜੰਗ ਦੇ ਸਮੇਂ ਬਹੁਤ ਸਾਰੇ ਦੇਸ਼ ਆਜ਼ਾਦ ਹੋ ਗਏ ਸੀ, ਪਰ ਭਾਰਤ ਹਜੇ ਵੀ ਗੁਲਾਮੀ ਦੀਆਂ ਜੰਜੀਰਾਂ ਵਿੱਚ ਜਕੜਿਆ ਹੋਇਆ ਸੀ। ਮੁਲਕ ਵਿੱਚ ਵਿਦੇਸ਼ੀ ਰਾਜ ਦੇ ਖਿਲਾਫ ਜ਼ਬਰਦਸਤ ਲਹਿਰ ਦੌੜ ਗਈ। ਇਹ ਦੇਖਾ ਦੇਖੀ ਫਿਰ ਭਾਰਤੀਆਂ ਨੂੰ ਵੀ ਇਹ ਅਹਿਸਾਸ ਹੋਣ ਲੱਗ ਗਿਆ ਸੀ ਕਿ ਬਾਕੀ ਮੁਲਕਾਂ ਦੀ ਤਰ੍ਹਾਂ ਭਾਰਤ ਨੂੰ ਵੀ ਹੁਣ ਆਜ਼ਾਦ ਹੋਣ ਲਈ ਇਕਮੁੱਠ ਹੋਣਾ ਪਵੇਗਾ, ਸੰਘਰਸ਼ ਕਰਨਾ ਪਏਗਾ। ਕਹਿੰਦੇ ਇਸ ਤੋਂ ਬਾਅਦ ਫਿਰ ਭਾਰਤੀਆਂ ਦੇ ਵਿੱਚ ਜਿਹੜੀ ਸੀਗੀ ਜ਼ਬਰਦਸਤ ਸੰਘਰਸ਼ ਕਰਨ ਦੀ ਲਹਿਰ ਪੈਦਾ ਹੋ ਗਈ ਸੀ। ਲੋਕ ਅੰਗਰੇਜ਼ਾਂ ਦੇ ਲਗਾਤਾਰ ਕੀਤੇ ਝੂਠੇ ਵਾਅਦਿਆਂ ਤੋਂ ਅੱਕ ਚੁੱਕੇ ਸਨ, ਕਿਉਂਕਿ ਅੰਗਰੇਜ਼ ਨਵੀਆਂ ਨੀਤੀਆਂ ਨਵੇਂ ਕਾਨੂੰਨ ਤਾਂ ਬਣਾਉਂਦੇ ਸੀ, ਪਰ ਉਹ ਸਿਰਫ ਉਹਨਾਂ ਦੇ ਆਪਣੇ ਲਈ ਸੀ, ਭਾਰਤੀਆਂ ਲਈ ਉਹਨਾਂ ਚੋਂ ਕੁਝ ਨਹੀਂ ਸੀ। ਉਹ ਸਿਰਫ ਭਾਰਤੀਆਂ ਨਾਲ ਝੂਠੇ ਵਾਅਦੇ ਹੀ ਕਰਦੇ ਸੀ, ਜਿਨ੍ਹਾਂ ਤੋਂ ਭਾਰਤੀਆਂ ਨੂੰ ਹੁਣ ਸਮਝ ਲੱਗ ਚੁੱਕੀ ਸੀ ਤੇ ਉਹ ਅੰਗਰੇਜ਼ਾਂ ਦੇ ਇਹਨਾਂ ਵਾਅਦਿਆਂ ਤੋਂ ਅੱਕ ਚੁੱਕੇ ਸੀ। ਇਸੇ ਲਈ ਉਹਨਾਂ ਨੇ ਵੀ ਇਹ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਸੀ। ਹੁਣ ਉਹ ਗਾਂਧੀ ਜੀ ਦੀ ਅਗਵਾਈ ਹੇਠ ਅਹਿੰਸਾ ਦੇ ਹਥਿਆਰ ਨਾਲ ਅੰਗਰੇਜ਼ਾਂ ਦੇ ਵਿਰੁੱਧ ਟੱਕਰ ਲੈਣ ਲਈ ਜੁਟ ਰਹੇ ਸਨ। ਕਹਿੰਦੇ ਉਸ ਸਮੇਂ ਦੱਸਿਆ ਨਾ ਕਿ ਬਹੁਤ ਸਾਰੀਆਂ ਪਾਰਟੀਆਂ ਜਿਹੜੀਆਂ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਸੰਘਰਸ਼ ਕਰ ਰਹੀਆਂ ਸੀ। ਉਹਨਾਂ ਵਿੱਚੋਂ ਕੋਈ ਹਿੰਸਾਵਾਦੀ ਸੀ, ਕੁਝ ਅਹਿੰਸਾਵਾਦੀ। ਕੋਈ ਅੰਗਰੇਜ਼ਾਂ ਨੂੰ ਖਤਮ ਕਰਕੇ ਮਾਰ ਕੁੱਟ ਕੇ ਆਜ਼ਾਦੀ ਪ੍ਰਾਪਤ ਕਰਨਾ ਚਾਹੁੰਦਾ ਸੀ ਤੇ ਕੋਈ ਸ਼ਾਂਤੀ ਦੇ ਰਸਤੇ ਤੇ ਚੱਲ ਕੇ ਗਾਂਧੀ ਜੀ ਵਾਂਗੂ ਆਜ਼ਾਦੀ ਨੂੰ ਪ੍ਰਾਪਤ ਕਰਨਾ ਚਾਹੁੰਦਾ ਸੀ। ਹਿੰਦੁਸਤਾਨ ਨੂੰ ਬਾਹਰਲੀ ਦੁਨੀਆ ਵਿੱਚ ਵੰਡਣ ਲਈ ਮਿਸ ਮਿਓ ਨਾਂ ਦੀ ਇੱਕ ਔਰਤ ਨੇ ਭਾਰਤ ਮਾਤਾ ਨਾਂ ਦੀ ਕਿਤਾਬ ਲਿਖੀ। ਅੰਡਰਲਾਈਨ ਕਰੋ। ਭਾਰਤ ਦੀ ਨਿਖੇਧੀ ਕਰਨ ਲਈ, ਭੰਡਣਾ ਨਿਖੇਧੀ ਕਰਨਾ, ਬੁਰਾਈ ਕਰਨਾ, ਭਾਰਤ ਦੀ ਬੁਰਾਈ ਕਰਨ ਲਈ ਕਿਸ ਅੰਗਰੇਜ਼ ਰਾਈਟਰ ਜਾਂ ਲੇਖਿਕਾ ਨੇ ਕਿਹੜੀ ਕਿਤਾਬ ਲਿਖੀ ਸੀ? ਮਿਸ ਮਿਓ ਨੇ ਭਾਰਤ ਮਾਤਾ, ਜਿਸ ਦੇ ਵਿੱਚ ਉਹਨੇ ਕੀ ਲਿਖਿਆ ਸੀ? ਜਿਸ ਦਾ ਕਰਾਰਾ ਤੇ ਦਲੀਲਾਂ ਭਰਿਆ ਜਵਾਬ ਲਾਲਾ ਜੀ ਨੇ ਦੁਖੀ ਭਾਰਤ ਲਿਖ ਕੇ ਦਿੱਤਾ ਸੀ। ਅੰਡਰਲਾਈਨ ਕਰੋ। ਉਸ ਕਿਤਾਬ ਦੇ ਵਿੱਚ ਜੋ ਅੰਗਰੇਜ਼ ਔਰਤ ਨੇ ਭਾਰਤ ਦੇ ਖਿਲਾਫ ਲਿਖਿਆ ਸੀ, ਉਸ ਦਾ ਜਵਾਬ ਦਿੰਦੇ ਹੋਏ ਲਾਲਾ ਜੀ ਨੇ ਵੀ ਇੱਕ ਕਿਤਾਬ ਲਿਖੀ, ਜਿਸ ਦਾ ਨਾਮ ਕੀ ਸੀ? ਦੁਖੀ ਭਾਰਤ। ਭਾਰਤ ਮਾਤਾ ਵਿੱਚ ਮਿਸ ਮਿਓ ਨੇ ਹਿੰਦੁਸਤਾਨ ਦੇ ਭੈੜੇ ਰਸਮ ਰਿਵਾਜਾਂ, ਬੁਰਾਈਆਂ ਤੇ ਕੋਝ ਫਰੋਲੇ ਅਤੇ ਇਹਨਾਂ ਨੂੰ ਪੱਛਮੀ ਦੇਸ਼ਾਂ ਵਿੱਚ ਧੁਮਾਉਣਾ, ਫੈਲਾਉਣਾ। ਕਹਿੰਦੇ ਉਹਨੇ ਜਿੰਨੇ ਵੀ ਉਸ ਸਮੇਂ ਭਾਰਤ ਦੇ ਵਿੱਚ ਰੀਤੀ ਰਿਵਾਜ ਕੀਤੇ ਜਾਂਦੇ ਸੀ, ਰਸਮਾਂ ਕੀਤੀਆਂ ਜਾਂਦੀਆਂ ਸੀ, ਜਿੰਨੇ ਵੀ ਉਸ ਸਮੇਂ ਵਹਿਮ ਭਰਮ ਕੀਤੇ ਜਾਂਦੇ ਸੀ, ਜਿੰਨੇ ਵੀ ਭਾਰਤ ਦੇ ਵਿੱਚ ਗਲਤ ਕੰਮ ਹੁੰਦੇ ਸੀਗੇ, ਉਹਨਾਂ ਨੂੰ ਇੱਕ ਕਿਤਾਬ ਦੇ ਵਿੱਚ ਲਿਖ ਕੇ ਸਾਰੀ ਦੁਨੀਆ ਦੇ ਵਿੱਚ ਫੈਲਾ ਦਿੱਤਾ ਸੀ। ਲਾਲਾ ਜੀ ਨੇ ਇਸ ਕਿਤਾਬ ਬਾਰੇ ਆਖਿਆ, ਮਿਸ ਮਿਓ ਨੇ ਕਿਸੇ ਭੰਗਣ ਵਾਂਗ, ਭੰਗਣ ਕੀ ਹੁੰਦਾ ਆ? ਲੇਕਿਨ ਜਿਹੜੇ ਬਹੁਤ ਨੀਚੇ ਵਾਲਾ ਕੰਮ ਕਰਦੇ ਆ, ਬਹੁਤ ਘਟੀਆ ਕੰਮ ਕਰਦੇ ਆ, ਸਾਡੇ ਮੁਲਕ ਦੀਆਂ ਨਾਲੀਆਂ ਦਾ ਗੰਦ ਫਰੋਲਿਆ ਹੈ ਕਿ ਸਾਡੇ ਜਿਹੜਾ ਇਹਨਾਂ ਨੇ ਝੂਠੇ ਵਹਿਮਾਂ ਭਰਮਾਂ ਦੀ ਰੀਤੀ ਰਿਵਾਜਾਂ ਦੀ ਗੱਲ ਕੀਤੀ ਹੈ, ਉਹ ਤਾਂ ਕਹਿੰਦਾ ਕਿ ਸਾਡੀਆਂ ਨਾਲੀਆਂ ਦਾ ਗੰਦ ਆ, ਮਤਲਬ ਕਿ ਉਹ ਸਾਡੇ ਸਮਾਜ ਦੇ ਵਿੱਚ ਫੈਲਿਆ ਨਹੀਂ ਹੋਇਆ, ਸਾਡੀਆਂ ਨਾਲੀਆਂ ਦਾ ਗੰਦ ਆ, ਜਿਸ ਨੂੰ ਕਿ ਇਹਨੇ ਫਰੋਲਣ ਦੀ ਕੋਸ਼ਿਸ਼ ਕੀਤੀ ਹੈ। ਲਾਲਾ ਜੀ ਵੱਲੋਂ ਇਹ ਮਿਸ ਮਿਓ ਦੇ ਮੂੰਹ ਉੱਤੇ ਚਪੇੜ ਸੀ। ਲਾਲਾ ਜੀ ਨੇ ਆਪਣੀਆਂ ਕਿਤਾਬਾਂ ਤੇ ਵਕਾਲਤ ਦੀ ਸਾਰੀ ਆਮਦਨੀ ਦਾਨ ਕਰਕੇ ਆਪਣੇ ਦੋਸਤ
ਦਵਾਰਕਾ ਦਾਸ ਜੋ ਅੰਬਾਲੇ ਵਿੱਚ ਵਕੀਲ ਸਨ ਦੇ ਨਾਂ ਤੇ ਦਵਾਰਕਾ ਦਾਸ ਲਾਇਬ੍ਰੇਰੀ ਕਾਇਮ ਕੀਤੀ। ਅੰਡਰਲਾਈਨ ਕਰੋ, ਅੰਬਾਲੇ ਦੇ ਵਿੱਚ ਕਿਹੜੀ ਲਾਇਬ੍ਰੇਰੀ ਬਣਾਈ? ਦਵਾਰਕਾ ਦਾਸ ਇਸ ਲਾਇਬ੍ਰੇਰੀ ਵਿੱਚ ਜਿੰਨੀਆਂ ਸਿਆਸੀ ਤੇ ਆਰਥਿਕ ਵਿਸ਼ਿਆਂ ਉੱਤੇ ਕਿਤਾਬਾਂ ਸਨ, ਪੰਜਾਬ ਵਿੱਚ ਸ਼ਾਇਦ ਹੀ ਕਿਤੇ ਹੋਰ ਲਾਇਬ੍ਰੇਰੀ ਵਿੱਚ ਹੋਣ। ਅੰਡਰਲਾਈਨ ਕਰੋ, ਕਿਹੜੇ ਵਿਸ਼ਿਆਂ ਤੇ ਜ਼ਿਆਦਾ ਕਿਤਾਬਾਂ ਸੀ? ਸਿਆਸੀ ਤੇ ਆਰਥਿਕ ਵਿਸ਼ਿਆਂ ਤੇ। ਇਥੋਂ ਲਾਲਾ ਲਾਜਪਤ ਰਾਏ ਭਵਨ ਉਹਨਾਂ ਦੇ ਨਾਂ ਤੇ ਹੀ ਬਣਿਆ ਸੀ। ਇੱਥੇ ਸਿਆਸੀ ਜਲਸੇ ਤੇ ਮੀਟਿੰਗਾਂ ਹੁੰਦੀਆਂ ਸੀ। ਲਾਲਾ ਜੀ ਖੁਦ ਵੀ ਇਸ ਭਵਨ ਦੇ ਇੱਕ ਛੋਟੇ ਹਿੱਸੇ ਵਿੱਚ ਰਿਹਾ ਕਰਦੇ ਸਨ। ਉਹਨਾਂ ਨੇ ਮੁਲਕ ਦੇ ਨੌਜਵਾਨਾਂ ਨੂੰ ਰਾਜਨੀਤਿਕ ਵਿੱਚ ਵਿੱਦਿਆ ਦੇਣ ਲਈ ਲਾਹੌਰ ਦੇ ਬਰੈਡਲਾ ਹਾਲ ਵਿੱਚ ਨੈਸ਼ਨਲ ਕਾਲਜ ਖੋਲ੍ਹਿਆ। ਅੰਡਰਲਾਈਨ ਕਰੋ, ਬਰੈਡਲਾ ਹਾਲ ਦੇ ਵਿੱਚ ਕਿਹੜਾ ਕਾਲਜ ਖੋਲ੍ਹਿਆ ਸੀ? ਔਰ ਲਾਹੌਰ ਦੇ ਨੈਸ਼ਨਲ ਕਾਲਜ ਤੋਂ ਹੀ ਭਗਤ ਸਿੰਘ ਨੇ ਸਿੱਖਿਆ ਪ੍ਰਾਪਤ ਕੀਤੀ ਸੀ। ਇਸੇ ਲਈ ਲਾਲਾ ਲਾਜਪਤ ਰਾਏ ਦੀ ਸੋਚ ਦਾ ਭਗਤ ਸਿੰਘ ਦੇ ਮਨ ਤੇ ਗਹਿਰਾ ਅਸਰ ਸੀ। ਤਾਂ ਹੀ ਉਹਨਾਂ ਨੇ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣ ਲਈ ਕਿਸ ਨੂੰ ਮਾਰਿਆ ਸੀ? ਸਾਂਡਰਸ ਨੂੰ। ਗੁੱਡ, ਸਮਝ, ਮਤਲਬ ਕਿ ਸਭ ਨੂੰ ਯਾਦ ਆ। ਗੁੱਡ। ਜਿੱਥੋਂ ਬਹੁਤ ਸਾਰੇ ਦੇਸ਼ ਭਗਤਾਂ ਤੇ ਇਨਕਲਾਬੀ ਨੌਜਵਾਨਾਂ ਨੇ ਵਿੱਦਿਆ ਹਾਸਲ ਕੀਤੀ। ਲਾਲਾ ਜੀ ਆਪ ਵੀ ਇਸ ਕਾਲਜ ਵਿੱਚ ਪੜ੍ਹਾਉਂਦੇ ਸਨ। ਭਗਤ ਸਿੰਘ ਇਸੇ ਕਾਲਜ ਦਾ ਵਿਦਿਆਰਥੀ ਸੀ। 30 ਅਕਤੂਬਰ 1928 ਈਸਵੀ ਨੂੰ ਜਦ ਸਾਈਮਨ ਕਮਿਸ਼ਨ ਭਾਰਤ ਆਇਆ ਤਾਂ ਸਟੇਸ਼ਨ ਤੇ ਲੋਕਾਂ ਦਾ ਠਾਠਾ ਮਾਰਦਾ ਸਮੁੰਦਰ ਕਾਲੇ ਝੰਡਿਆਂ ਨਾਲ ਨਾਰੇ ਲਾ ਰਿਹਾ ਸੀ। ਸਾਈਮਨ ਵਲਾਇਤ ਮੁੜ ਜਾ, ਸਾਨੂੰ ਤੇਰੀ ਲੋੜ ਨਹੀਂ। ਸਾਈਮਨ ਵਲਾਇਤ ਮੁੜ ਜਾ। क्या ना लाला लाजपत राय ने साइमन कमीशन गो बैक सुनिया ना तुसीं सब ने पढ़िया भी आ। भाव क्यों विरोध कीता सी? क्योंकि ओदे विच अपने धर्म भारतीय ते अंग्रेजां दे विचकार ही भेदभाव पैदा करके फुट पाउण दी नीति सी। और लाला जी कदे भी नहीं चाहुंदे सीगे, क्योंकि ਭਾਰਤੀ ਤਾਂ ਪਹਿਲੀ ਇਹਨਾਂ ਦੀ ਗੁਲਾਮੀ ਦੇ ਨਾਲ ਵੱਜੇ ਹੋਏ ਸੀਗੇ। ਹੋਰ ਉਹਨਾਂ ਦੇ ਉੱਪਰ ਇਹੋ ਜਿਹਾ ਕੋਈ ਕਾਨੂੰਨ ਬਣਾ ਕੇ ਭਾਰਤੀਆਂ ਨੂੰ ਬਿਲਕੁਲ ਹੀ ਖਤਮ ਕਰਨ ਦੀ ਯੋਜਨਾ ਬਣਾਈ ਜਾ ਰਹੀ ਸੀ, ਜਿਸ ਦਾ ਵਿਰੋਧ ਲਾਲਾ ਲਾਜਪਤ ਰਾਏ ਨੇ ਕੀਤਾ ਸੀ। ਠਾਠਾ ਮਾਰਦਾ ਸਮੁੰਦਰ, ਬਹੁਤ ਜ਼ਿਆਦਾ ਲੋਕਾਂ ਦਾ ਇਕੱਠ। ਲਾਲਾ ਜੀ ਇਸ ਜਲੂਸ ਦੀ ਅਗਵਾਈ ਕਰ ਰਹੇ ਸੀ। ਇਸ ਜਲੂਸ ਦੇ ਲੀਡਰ ਕੌਣ ਸੀਗੇ? ਲਾਲਾ ਲਾਜਪਤ ਰਾਏ। ਅੰਗਰੇਜ਼ਾਂ ਨੇ ਜਲੂਸ ਕੱਢਣ ਤੇ ਸਖਤ ਪਾਬੰਦੀਆਂ ਲਾਈਆਂ ਹੋਈਆਂ ਸਨ। ਫਿਰ ਵੀ ਲੱਖਾਂ ਲੋਕ ਸਾਈਮਨ ਕਮਿਸ਼ਨ ਦੇ ਖਿਲਾਫ ਆਪਣੀ ਆਵਾਜ਼ ਉੱਚੀ ਕਰ ਰਹੇ ਸਨ। ਦੁਪਹਿਰ ਦੇ 2 ਵਜੇ ਪੁਲਿਸ ਕਪਤਾਨ ਮਿਸਟਰ ਸਕਾਟ ਨੇ ਪੁਲਿਸ ਨੂੰ ਲੋਕਾਂ ਉੱਤੇ ਲਾਠੀਆਂ ਵਰ੍ਹਾਉਣ ਦਾ ਹੁਕਮ ਦੇ ਦਿੱਤਾ। ਇਕੱਠ ਉੱਤੇ ਲਾਠੀਆਂ ਵਰ੍ਹੀਆਂ। ਮਿਸਟਰ ਸਕਾਟ ਨੇ ਆਪ ਅੱਗੇ ਵੱਧ ਕੇ ਲਾਲਾ ਜੀ ਨੂੰ ਲਾਠੀਆਂ ਮਾਰੀਆਂ ਤੇ ਲਾਲਾ ਜੀ ਫੱਟੜ ਹੋ ਕੇ ਡਿੱਗ ਪਏ। ਫੱਟੜ ਹੋ ਕੇ, ਜ਼ਖਮੀ ਹੋ ਕੇ, ਫੱਟੜ ਹੋ ਕੇ, ਜ਼ਖਮੀ ਹੋ ਕੇ। ਇਸ ਪਿੱਛੋਂ ਲਾਲਾ ਜੀ ਬਹੁਤ ਦਿਨਾਂ ਤੱਕ ਹਸਪਤਾਲ ਵਿੱਚ ਪਏ ਰਹੇ। ਫੱਟ ਗਹਿਰੇ ਸਨ, ਫੱਟ ਜ਼ਖਮ ਗਹਿਰੇ ਸਨ, ਗਹਿਰੇ ਡੂੰਘੇ ਸਨ। ਡਾਕਟਰਾਂ ਨੇ ਬਹੁਤ ਦਵਾ ਦਾਰੂ ਕੀਤੀ। ਦਵਾ ਦਾਰੂ ਕਰਨਾ, ਇਲਾਜ ਕਰਨਾ। ਡਾਕਟਰਾਂ ਨੇ ਬਹੁਤ ਇਲਾਜ ਕੀਤਾ, ਪਰ ਉਮੀਦ ਹੋ ਚੁੱਕੀ ਸੀ, ਕੁਝ ਉਮੀਦ ਹੋ ਚੁੱਕੀ ਸੀ ਕਿ ਸ਼ਾਇਦ
ਉਹ ਫਟ ਮਿਲ ਜਾਣ। ਪਰ 17 ਨਵੰਬਰ 1928 ਨੂੰ ਤੜਕੇ 4 ਵਜੇ ਉਹ ਇੱਕਦਮ ਉੱਠੇ। ਉਹਨਾਂ ਦੀ ਵੱਖੀ ਵਿੱਚ ਜ਼ੋਰ ਦਾ ਵੱਟ ਜਿਹਾ ਪਿਆ। ਉਹਨਾਂ ਨੇ ਚਾਹ ਮੰਗੀ, ਪਰ ਚਾਹ ਆਉਣ ਤੋਂ ਪਹਿਲਾਂ ਹੀ ਉਹਨਾਂ ਨੇ ਪ੍ਰਾਣ ਤਿਆਗ ਦਿੱਤੇ ਸਨ। ਕੱਲ ਕਿੰਨੀ ਤਰੀਕ ਸੀ? 17 ਨਵੰਬਰ ਕੱਲ ਕੀ ਸੀਗਾ? ਲਾਲਾ ਲਾਜਪਤ ਰਾਏ ਜੀ ਦਾ ਸ਼ਹੀਦੀ ਦਿਵਸ। ਉਸ ਦਿਨ ਸਾਰੇ ਸ਼ਹਿਰ ਵਿੱਚ ਹੜਤਾਲ ਰਹੀ। ਪ੍ਰੋਫੈਸਰ, ਵਿਦਿਆਰਥੀ, ਕਚਹਿਰੀ ਦੇ ਵਕੀਲ, ਹਾਈ ਕੋਰਟ ਦੇ ਜੱਜ, ਦੁਕਾਨਦਾਰ, ਅਫਸਰ, ਸੜਕਾਂ ਤੇ ਰੋੜੀ ਕੁੱਟਣ ਵਾਲੇ ਮਜ਼ਦੂਰ ਸਭ ਮਾਤਮੀ ਜਲੂਸ ਵਿੱਚ ਸ਼ਾਮਲ ਹੋਏ ਸਨ। ਮਾਤਮੀ ਜਲੂਸ ਹੁੰਦਾ ਹੈਗਾ ਆ ਜਿਹੜੀ ਅੰਤਿਮ ਯਾਤਰਾ ਹੁੰਦੀ ਆ। ਲਾਲਾ ਲਾਜਪਤ ਰਾਏ ਦੀ ਜਿਹੜੀ ਅੰਤਿਮ ਯਾਤਰਾ ਸੀ ਉਹਦੇ ਵਿੱਚ ਸ਼ਾਮਲ ਹੋਏ ਸੀ। ਕੌਣ ਕੌਣ? ਉੱਚ ਕੋਟੀ ਦੇ ਜੱਜਾਂ ਤੋਂ ਲੈ ਕੇ ਮਜ਼ਦੂਰ ਵਰਗ ਦੇ ਲੋਕਾਂ ਤੱਕ। 4 ਲੱਖ ਤੋਂ ਵੀ ਉੱਪਰ ਲੋਕ ਹੋਣਗੇ ਜੋ ਡੁਸਕਦੇ ਹੋਏ ਸਿਰ ਸੁੱਟੀ ਲਾਲਾ ਜੀ ਦੀ ਅਰਥੀ ਨਾਲ ਜਾ ਰਹੇ ਸਨ। ਦੁਕਾਨਾਂ, ਸਕੂਲ, ਕਚਹਿਰੀਆਂ, ਦਫ਼ਤਰ ਸਭ ਬੰਦ ਸੀ। ਰਾਵੀ ਦੇ ਕਿਨਾਰੇ ਉਹਨਾਂ ਦਾ ਦਾਹ ਸੰਸਕਾਰ ਕੀਤਾ ਗਿਆ। ਅੰਡਰਲਾਈਨ ਕਰੋ, ਕਿੱਥੇ ਸੰਸਕਾਰ ਕੀਤਾ ਗਿਆ? ਰਾਵੀ ਦੇ ਕਿਨਾਰੇ। ਇੱਥੇ ਰਾਵੀ ਦੇ ਕਿਨਾਰੇ। ਉਸ ਤੋਂ ਅਗਲੇ ਸਾਲ ਉਹਨਾਂ ਦੀ ਯਾਦ ਵਿੱਚ ਆਪਣੇ ਮੁਲਕ ਲਈ ਮੁਕੰਮਲ ਆਜ਼ਾਦੀ ਦੀ ਮੰਗ ਦਾ ਮਤਾ ਪਾਸ ਕਰਨ ਲਈ ਪੰਡਿਤ ਜਵਾਹਰ ਲਾਲ ਨਹਿਰੂ ਨੇ ਤਿਰੰਗਾ ਚਲਾਇਆ ਸੀ। ਮੁਕੰਮਲ ਆਜ਼ਾਦੀ ਦੀ ਮੰਗ ਕਰਨ ਦਾ, ਪੂਰੀ ਆਜ਼ਾਦੀ ਦੀ, ਪੂਰੇ ਭਾਰਤ ਦੀ ਆਜ਼ਾਦੀ ਦਾ ਮਤਾ ਪਾਸ ਕੀਤਾ ਸੀ ਤੇ ਝੰਡਾ ਲਹਿਰਾਇਆ ਸੀ। ਇਹ ਸੀਗਾ ਆਪਣਾ ਪਾਠ ਬੇਟਾ ਜੀ, ਲਾਲਾ ਲਾਜਪਤ ਰਾਏ। ਹੁਣ ਆਪਾਂ ਇਹਦੇ ਜਿਹੜੇ ਆ ਕੁਐਸਚਨ ਆਨਸਰ ਡਿਸਕਸ ਕਰਦੇ ਹਾਂ। ਲਾਲਾ ਲਾਜਪਤ ਰਾਏ ਜੀ ਦੇ ਬਚਪਨ ਉੱਤੇ ਨਾਨਕੇ ਪਰਿਵਾਰ ਦਾ ਕੀ ਪ੍ਰਭਾਵ ਪਿਆ? ਲਾਲਾ ਜੀ ਦੇ ਬਚਪਨ ਉੱਤੇ ਨਾਨਕੇ ਪਰਿਵਾਰ ਦਾ ਬਹੁਤ ਗਹਿਰਾ ਪ੍ਰਭਾਵ ਪਿਆ, ਕਿਉਂਕਿ ਲਾਲਾ ਜੀ ਦੇ ਨਾਨਕੇ ਸਿੱਖ ਧਰਮ ਨੂੰ ਮੰਨਦੇ ਸੀ ਅਤੇ ਉਹ ਸਾਰੇ ਹੀ ਦਾੜੀ ਤੇ ਕੇਸ ਰੱਖਦੇ ਸਨ। ਉਹਨਾਂ ਤੋਂ ਹੀ ਲਾਲਾ ਲਾਜਪਤ ਰਾਏ ਨੂੰ ਬਾਣੀ ਪੜ੍ਹਨ ਤੇ ਸ਼ਬਦਾਂ ਦਾ ਉਚਾਰਨ ਕਰਨ ਦੀ ਸਿੱਖਿਆ ਮਿਲੀ ਸੀ। ਲਾਲਾ ਜੀ ਪੇਸ਼ੇ ਵਜੋਂ ਵਕੀਲ ਸਨ। ਉਹਨਾਂ ਦਾ ਆਪਣੇ ਪੇਸ਼ੇ ਵਿੱਚ ਕਾਮਯਾਬ ਹੋਣ ਦਾ ਕੀ ਰਾਜ਼ ਸੀ? ਲਾਲਾ ਲਾਜਪਤ ਰਾਏ ਪੇਸ਼ੇ ਵਜੋਂ ਵਕੀਲ ਹੋਣ ਕਰਕੇ ਉਹ ਹਰ ਕੇਸ ਨੂੰ ਬਹੁਤ ਧਿਆਨ ਨਾਲ ਪਰਖਦੇ, ਦੋਨਾਂ ਧਿਰਾਂ ਦੀਆਂ ਸਮੱਸਿਆਵਾਂ ਨੂੰ ਸੁਣਦੇ, ਸਮਝਦੇ ਤੇ ਉਹਨਾਂ ਦੇ ਆਪਣੇ ਆਪ ਹੀ ਪ੍ਰਸ਼ਨ ਤੇ ਉੱਤਰ ਬਣਾ ਲੈਂਦੇ। ਦੋਨਾਂ ਧਿਰਾਂ ਦੇ ਥਾਂ ਤੇ ਆਪਣੇ ਆਪ ਨੂੰ ਖੜਾ ਕਰਕੇ ਸੋਚਦੇ। ਇਹੀ ਉਹਨਾਂ ਦੀ ਕਾਮਯਾਬੀ ਦਾ ਰਾਜ ਸੀ। ਲਾਲਾ ਲਾਜਪਤ ਰਾਏ ਨੂੰ ਪੰਜਾਬ ਕੇਸਰੀ ਕਿਉਂ ਕਿਹਾ ਜਾਂਦਾ ਸੀ? ਰੋਹਨ। ਲਾਲਾ ਲਾਜਪਤ ਰਾਏ ਨੂੰ ਪੰਜਾਬ ਕੇਸਰੀ ਕਿਹਾ ਜਾਂਦਾ ਸੀ ਕਿਉਂਕਿ ਉਹ ਆਪਣੀ ਜਾਨ ਦੀ ਪਰਵਾਹ ਨਾ ਕਰਕੇ ਪੰਜਾਬ ਦੇ ਲਈ ਹਿੰਦੁਸਤਾਨ ਨੂੰ ਆਜ਼ਾਦ ਕਰਨ ਦੀ ਲਹਿਰ ਵਿੱਚ ਸ਼ਾਮਲ ਹੋ ਗਏ। ਹਾਂ, ਕਿਉਂਕਿ ਉਹਨਾਂ ਨੇ ਆਪਣਾ ਸਭ ਕੁਝ ਦੇਸ਼ ਦੀ ਆਜ਼ਾਦੀ ਦੇ ਲੇਖੇ ਲਾ ਦਿੱਤਾ ਸੀ। ਉਹਨਾਂ ਨੇ ਕਹਿੰਦੇ ਅਜਿਹਾ ਇੱਕ ਪੰਜਾਬੀ ਹੀ ਕਰ ਸਕਦਾ ਸੀ, ਇਸੇ ਲਈ ਉਹਨਾਂ ਨੂੰ ਪੰਜਾਬ ਕੇਸਰੀ ਕਿਹਾ ਜਾਂਦਾ ਸੀ। ਲਾਲਾ ਜੀ ਦੇ ਭਾਸ਼ਣ ਸੁਣ ਕੇ ਅਮਰੀਕਾ ਦੇ ਲੋਕਾਂ ਦੀਆਂ ਅੱਖਾਂ ਕਿਵੇਂ ਖੁੱਲੀਆਂ ਰਹਿ ਗਈਆਂ? ਅਮਰੀਕਾ ਦੇ ਲੋਕਾਂ ਦੀਆਂ ਅੱਖਾਂ ਇਸ ਲਈ ਖੁੱਲੀਆਂ ਰਹਿ ਗਈਆਂ ਕਿਉਂਕਿ ਉਹਨਾਂ ਨੇ ਪਹਿਲੀ ਵਾਰ ਕਿਸੇ ਭਾਰਤੀ ਨੂੰ ਆਪਣੇ ਦੇਸ਼ ਦੀ ਆਜ਼ਾਦੀ ਦੀ ਗੱਲ ਕਰਦੇ ਹੋਏ, ਆਜ਼ਾਦੀ ਲਈ ਮਰ ਮਿਟਣ ਲਈ ਆਪਣੇ ਆਪ ਨੂੰ ਕੁਰਬਾਨ ਕਰਨ ਤੱਕ ਦੀ ਗੱਲ ਨੂੰ ਸੁਣਿਆ ਸੀ। ਲਾਲਾ ਜੀ ਵੱਲੋਂ ਇਹ ਮਿਸ ਮੀਓ ਦੇ ਮੂੰਹ ਤੇ ਚਪੇੜ ਸੀ। ਦੱਸੋ ਕਿਉਂ? ਮਿਸ ਮੀਓ ਨਾਂ ਦੀ ਅੰਗਰੇਜ਼ ਔਰਤ ਨੇ ਇੱਕ ਭਾਰਤ ਤੇ ਕਿਤਾਬ ਲਿਖੀ ਸੀ ਜਿਸ ਦਾ ਨਾਮ ਸੀ ਭਾਰਤ ਮਾਤਾ। ਉਸ ਦੇ ਵਿੱਚ ਉਸਨੇ ਭਾਰਤ ਦੇ ਸਾਰੇ ਹੀ ਰਸਮਾਂ ਰਿਵਾਜਾਂ, ਬੁਰਾਈਆਂ ਤੇ ਭੈੜੇ ਰੀਤੀ ਰਿਵਾਜਾਂ ਬਾਰੇ ਲਿਖਿਆ ਸੀ ਤੇ ਸਾਰੇ ਸੰਸਾਰ ਵਿੱਚ ਇਸ ਕਿਤਾਬ ਨੂੰ ਫੈਲਾਇਆ ਸੀ। ਤੇ ਪਰ ਉਸ ਦੇ ਵਿਰੁੱਧ ਲਾਲਾ ਜੀ ਨੇ ਕਿਤਾਬ ਦੁਖੀ ਭਾਰਤ ਲਿਖ ਕੇ ਲਿਖਿਆ ਸੀ
ਕਿ ਇਸ ਕਿਤਾਬ ਦੇ ਵਿੱਚ ਭਾਰਤ ਮਿਸ ਮੀਓ ਨੇ ਭਾਰਤ ਦੇ ਰੀਤੀ ਰਿਵਾਜਾਂ ਨੂੰ ਨਹੀਂ ਸਗੋਂ ਨਾਲੀਆਂ ਦੇ ਗੰਦ ਨੂੰ ਫਰੋਲਿਆ ਸੀ। ਇੰਨਾ ਕਹਿਣਾ ਹੀ ਲਾਲਾ ਲਾਜਪਤ ਰਾਏ ਵੱਲੋਂ ਮਿਸ ਮੀਓ ਦੇ ਮੂੰਹ ਤੇ ਚਪੇੜ ਸੀ। ਲਾਲਾ ਜੀ ਨੇ ਹੋਰ ਸਾਈਮਨ ਕਮਿਸ਼ਨਰ ਦੇ ਵਿਰੁੱਧ ਜਲੂਸ ਕਿਉਂ ਕੱਢਿਆ ਸੀ? ਭਾਰਤ ਪਹਿਲਾਂ ਤੋਂ ਹੀ ਅੰਗਰੇਜ਼ਾਂ ਦੇ ਅਧੀਨ ਸੀ, ਗੁਲਾਮ ਸੀ। ਭਾਰਤ ਦੀਆਂ ਨੀਤੀਆਂ ਜਿਹੜੀਆਂ ਕਾਨੂੰਨ ਸੀਗੇ ਉਹ ਸਿਰਫ ਭਾਰਤੀਆਂ ਨੂੰ ਦਬਣ ਲਈ ਜਾਂ ਕੁਚਲਣ ਲਈ ਹੀ ਬਣਾਏ ਜਾਂਦੇ ਸਨ, ਜਿਸ ਕਰਕੇ ਜਿਹੜਾ ਸਾਈਮਨ ਕਮਿਸ਼ਨ ਸੀਗਾ ਉਹ ਵੀ ਨਵੇਂ ਨੀਤੀ ਕਾਨੂੰਨ ਬਣਾਉਣ ਲਈ ਆ ਰਿਹਾ ਸੀ ਜੋ ਕਿ ਭਾਰਤੀਆਂ ਨੂੰ ਬਿਲਕੁਲ ਵੀ ਮਨਜ਼ੂਰ ਨਹੀਂ ਸਨ। ਇਸ ਲਈ ਉਹਨਾਂ ਨੇ ਇਸ ਦਾ ਵਿਰੋਧ ਕਰਨ ਦੇ ਲਈ ਜਲਸੇ ਜਲੂਸ ਕੱਢੇ ਸਨ। ਲਾਲਾ ਜੀ ਨੂੰ ਹਸਪਤਾਲ ਲੈ ਕੇ ਕਿਉਂ ਜਾਣਾ ਪਿਆ? ਸਾਈਮਨ ਕਮਿਸ਼ਨ ਦਾ ਵਿਰੋਧ ਕਰਦੇ ਹੋਏ ਮਿਸਟਰ ਸਕਾਟ ਨੇ ਭਾਰਤੀਆਂ ਤੇ ਲਾਠੀ ਚਾਰਜ ਦਾ ਹੁਕਮ ਦਿੱਤਾ ਤੇ ਉਸਨੇ ਆਪ ਵੱਧ ਕੇ ਲਾਲਾ ਜੀ ਤੇ ਲਾਠੀ ਚਾਰਜ ਕੀਤਾ, ਜਿਸ ਕਰਕੇ ਉਹ ਜ਼ਖਮੀ ਹੋ ਗਏ। ਜ਼ਖਮ ਗਹਿਰੇ ਹੋਣ ਕਰਕੇ ਉਹਨਾਂ ਨੂੰ ਹਸਪਤਾਲ ਭਰਤੀ ਕੀਤਾ ਗਿਆ। ਲਾਲਾ ਜੀ ਦੀ ਅਰਥੀ ਨੂੰ ਮਾਤਮੀ ਜਲੂਸ ਵਿੱਚ ਕੌਣ-ਕੌਣ ਸ਼ਾਮਿਲ ਸੀ? ਲਾਲਾ ਜੀ ਦੀ ਅਰਥੀ ਦੇ ਨਾਲ ਮਾਤਮੀ ਜਲੂਸ ਦੇ ਵਿੱਚ ਪ੍ਰੋਫੈਸਰ, ਵਿਦਿਆਰਥੀ, ਕਚਹਿਰੀ ਦੇ ਵਕੀਲ, ਹਾਈ ਕੋਰਟ ਦੇ ਜੱਜ, ਦੁਕਾਨਦਾਰ, ਅਫਸਰ, ਸੜਕਾਂ ਤੇ ਰੋੜੀ ਕੁੱਟਣ ਵਾਲੇ ਲੋਕ ਸ਼ਾਮਲ ਸਨ। ਪੰਡਤ ਜਵਾਹਰ ਲਾਲ ਨਹਿਰੂ ਨੇ ਕਿਹੜਾ ਮਤਾ ਪਾਸ ਕੀਤਾ ਸੀ? ਪੰਡਤ ਜਵਾਹਰ ਲਾਲ ਨਹਿਰੂ ਨੇ ਲਾਲਾ ਲਾਜਪਤ ਰਾਏ ਦੀ ਮੌਤ ਤੋਂ 1 ਸਾਲ ਬਾਅਦ ਰਾਵੀ ਨਦੀ ਦੇ ਕਿਨਾਰੇ ਤੇ ਮੁਕੰਮਲ ਭਾਰਤ ਦੀ ਆਜ਼ਾਦੀ ਦਾ ਮਤਾ ਪਾਸ ਕੀਤਾ ਸੀ। ਅੱਗੋਂ ਹੈਗੇ ਦਿੱਤੇ ਹੋਏ ਵਾਕ ਬਣਾਓ। ਦਿੱਤੇ ਹੋਏ ਆ ਨਾ? ਹੁਣ ਤੁਸੀਂ ਸਭ ਨੇ ਕੀ ਕਰਨਾ ਆ, ਇਸ ਲੈਸਨ ਦੇ ਵਿੱਚੋਂ 3 MCQ ਬਣਾਉਣੇ ਆ, ਇਹ ਕੁਐਸਚਨ ਆਨਸਰ ਲਿਖਣੇ ਆ ਔਰ ਵਾਕਾਂ ਵਿੱਚ ਵਰਤੋ। ਕਲੀਅਰ? ਕਲੀਅਰ ਬੇਟਾ? ਮੰਡੇ ਤੱਕ ਤੁਹਾਡੀਆਂ ਇਹ ਲੈਸਨ ਨੋਟਬੁੱਕ ਤੇ ਕੰਪਲੀਟ ਹੋ ਗਈ। ਕਲੀਅਰ ਆਲ ਆਫ ਯੂ? Yes, madam. ओके बेटा जी।